ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਜੀਵਨ ਵਰਤਾਂਤ ਦੇ ਵਿੱਚੋਂ ਬਹੁਤ ਸਾਰੇ ਇਤਿਹਾਸਕ ਪੱਖ ਜਿਹੜੇ ਨੇ ਉਹ ਅਜੇ ਛੁਪੇ ਹੋਏ ਨੇ। ਉਹਨਾਂ ਇਤਿਹਾਸਕ ਤੱਥਾਂ ਦੇ ਵਿੱਚੋਂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਜੀਵਨ ਦੇ ਵਿੱਚ ਦਿੱਲੀ ਦੀ ਹਕੂਮਤ ਔਰੰਗਜ਼ੇਬ ਵੱਲੋਂ ਸਤਿਗੁਰੂ ਮਹਾਰਾਜ ਦੀਆਂ 3 ਗ੍ਰਿਫਤਾਰੀਆਂ ਹੁੰਦੀਆਂ ਨੇ। ਆਮ ਤੌਰ 'ਤੇ ਅਸੀਂ ਇੱਕੋ ਹੀ ਗ੍ਰਿਫਤਾਰੀ ਦੀ ਗੱਲ ਸੁਣਦੇ ਹਾਂ। ਉਹਦਾ ਕਾਰਨ ਇਹ ਹੈ ਵੀ ਅਸੀਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਕੇਵਲ ਸ਼ਹੀਦੀ ਪੁਰਬ ਮਨਾਉਂਦੇ ਹਾਂ। ਅਸੀਂ ਪ੍ਰਕਾਸ਼ ਪੁਰਬ ਬਹੁਤ ਘੱਟ ਮਨਾਉਂਦੇ ਹਾਂ ਅਤੇ ਸ਼ਹੀਦੀ ਪੁਰਬ ਦੇ ਸੰਬੰਧ ਵਿੱਚ ਤੀਸਰੀ ਗ੍ਰਿਫਤਾਰੀ ਹੀ ਇਤਿਹਾਸ ਦੇ ਵਿੱਚ ਜ਼ਿਆਦਾ ਮਾਇਨੇ ਰੱਖਦੀ ਹੈ, ਜਿਹਦੇ ਕਾਰਨ ਕਥਾਵਾਚਕ ਢਾਡੀ ਸਿੰਘ ਪ੍ਰਚਾਰਕ ਉਹ ਕੇਵਲ ਤੀਸਰੀ ਘਟਨਾ ਨੂੰ ਹੀ ਬਿਆਨ ਕਰਦੇ ਨੇ। ਅੱਜ ਅਸੀਂ ਇਸ ਵੀਡੀਓ ਰਾਹੀਂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਦੀਆਂ ਹੋਈਆਂ 3 ਗ੍ਰਿਫਤਾਰੀਆਂ ਦੀ ਗੱਲ ਕਰਾਂਗੇ। ਆਪ ਜੀ ਨੇ ਜਿੱਥੇ ਆਪ ਸਰਵਣ ਕਰਨਾ ਹੈ ਉੱਥੇ ਵੱਧ ਤੋਂ ਵੱਧ ਸੰਗਤਾਂ ਨੂੰ ਇਸ ਵੀਡੀਓ ਰਾਹੀਂ ਜਾਣੂ ਕਰਵਾਉਣਾ ਹੈ, ਤਾਂ ਜੋ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਅਸੀਂ ਜੀਵਨ ਇਤਿਹਾਸ ਸਮਝ ਸਕੀਏ, ਜਾਣ ਸਕੀਏ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜਿਨ੍ਹਾਂ ਦਾ ਪ੍ਰਕਾਸ਼ 1 ਅਪ੍ਰੈਲ ਸੰਨ 1621 ਨੂੰ ਅੰਮ੍ਰਿਤਸਰ ਦੀ ਧਰਤੀ ਧੰਨ ਗੁਰੂ ਹਰਗੋਬਿੰਦ ਮਹਾਰਾਜ ਮਾਤਾ ਨਾਨਕੀ ਜੀ ਦੀ ਕੁੱਖ ਤੋਂ ਹੋਇਆ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਗੁਰਤਾ ਗੱਦੀ ਦੀ ਜ਼ਿੰਮੇਵਾਰੀ 11 ਅਗਸਤ ਸੰਨ 1664 ਨੂੰ ਬਕਾਲੇ ਦੀ ਧਰਤੀ ਦੇ ਉੱਤੇ 9ਵੇਂ ਸਥਾਨ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਗੱਦੀ ਦੇ ਵਾਰਸ ਵਜੋਂ ਜ਼ਿੰਮੇਵਾਰੀ ਜਿਹੜੀ ਹੈ ਉਹ ਮਿਲਦੀ ਹੈ। ਸਤਿਗੁਰੂ ਮਹਾਰਾਜ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਮਿਲਣ ਸਾਰ ਅੰਮ੍ਰਿਤਸਰ ਦੀ ਧਰਤੀ ਦੇ ਉੱਤੇ ਆਉਂਦੇ ਨੇ, ਪਰ ਅੰਮ੍ਰਿਤਸਰ ਦੀ ਧਰਤੀ ਦੇ ਉੱਤੇ ਉਸ ਵੇਲੇ ਪ੍ਰਿਥੀ ਚੰਦ ਦੀ ਅੰਸ਼ ਦੇ ਵਿੱਚੋਂ ਭਾਈ ਹਰਜੀ ਜੋ ਹੈ ਉਹ ਕਾਬਜ਼ ਨੇ ਅਤੇ ਉਹਨਾਂ ਨੇ ਅੰਮ੍ਰਿਤਸਰ ਦੇ ਦਰਵਾਜ਼ੇ ਬੰਦ ਕਰ ਲਏ ਸਨ। ਇਸ ਕਰਕੇ ਸਤਿਗੁਰੂ ਮਹਾਰਾਜ ਪਿੰਡ ਬੱਲੇ ਤੋਂ ਹੁੰਦਿਆਂ ਹੋਇਆਂ ਅਨੇਕਾਂ ਸਥਾਨਾਂ ਤੋਂ ਜਿਵੇਂ ਤਰਨ ਤਾਰਨ, ਖਡੂਰ ਸਾਹਿਬ, ਗੋਬਿੰਦਵਾਲ ਸਾਹਿਬ ਤੋਂ ਹੁੰਦਿਆਂ ਹੋਇਆਂ, ਕਰਤਾਰਪੁਰ ਸਾਹਿਬ ਤੋਂ ਹੁੰਦਿਆਂ ਹੋਇਆਂ ਕੀਰਤਪੁਰ ਸਾਹਿਬ ਸਤਿਗੁਰੂ ਮਹਾਰਾਜ ਪਹੁੰਚਦੇ ਨੇ। ਕੀਰਤਪੁਰ ਸਤਿਗੁਰੂ ਮਹਾਰਾਜ ਇੱਥੋਂ ਫਿਰ ਆਪਣਾ ਪ੍ਰਚਾਰਕ ਦੌਰਾ ਮਾਲਵੇ ਦੇ ਇਲਾਕੇ ਵਿੱਚ ਜਾਂਦੇ ਨੇ, ਕਿਉਂਕਿ ਮਾਲਵੇ ਦੇ ਵਿੱਚ ਇੱਕ ਸਥਾਨ ਹੈ ਧਮਧਾਨ। ਇਹ ਅੱਜ ਦੇ ਭੂਗੋਲਿਕ ਸਥਿਤੀ ਦੇ ਅਨੁਸਾਰ ਹਰਿਆਣੇ ਦੀ ਡਿਸਟ੍ਰਿਕਟ ਹੈ ਜੀਂਦ ਦੇ ਤਹਿਸੀਲ ਨਰਵਾਣ ਦੇ ਵਿੱਚ ਇਹ ਧਮਧਾਨ ਇਲਾਕਾ ਪੈਂਦਾ ਹੈ। ਇੱਥੇ ਮੁਖੀ ਪ੍ਰਚਾਰਕ ਭਾਈ ਦੱਗੋ ਰਹਿੰਦਾ ਸੀ। ਭਾਈ ਦੱਗੋ ਨੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਬੇਨਤੀ ਕੀਤੀ ਵੀ ਸਤਿਗੁਰੂ ਵਿਸਾਖੀ ਦਾ ਪੁਰਬ ਜਿਹੜਾ ਹੈ ਉਹ ਸਾਡੇ ਇਸ ਇਲਾਕੇ ਦੇ ਵਿੱਚ ਮਨਾਓ। ਯਾਦ ਰੱਖਿਓ, ਵਿਸਾਖੀ ਅਤੇ ਦੀਵਾਲੀ ਇਹ ਗੁਰੂ ਘਰ ਦੇ ਵਿੱਚ 2 ਪੁਰਬ ਮਨਾਏ ਜਾਂਦੇ ਸਨ। ਵਿਸਾਖੀ ਧੰਨ ਗੁਰੂ ਅਮਰਦਾਸ ਮਹਾਰਾਜ ਦੇ ਵਕਤ ਤੋਂ ਹੀ ਮਨਾਉਣੀ ਸ਼ੁਰੂ ਹੋ ਚੁੱਕੀ ਸੀ ਅਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਨੇ ਭਾਈ ਦੱਗੋ ਦੀ ਬੇਨਤੀ ਨੂੰ ਸਵੀਕਾਰ ਕਰਦਿਆਂ ਹੋਇਆਂ ਉਸ ਸਥਾਨ ਦੇ ਉੱਤੇ ਵਿਸਾਖੀ ਦਾ ਪੁਰਬ ਮਨਾਉਣਾ ਮੰਨ ਲਿਆ। ਭਾਈ ਦੱਗੋ ਜੀ ਨੇ ਸਤਿਗੁਰੂ ਮਹਾਰਾਜ ਦੇ ਰਿਹਾਇਸ਼ ਵਾਸਤੇ, ਸੰਗਤਾਂ ਦੇ ਵਾਸਤੇ ਸਰੋਵਰ ਅਤੇ ਨਾਲ ਖੂਹ ਜਿਹੜੇ ਸਨ ਉਹ ਲਗਵਾ ਦਿੱਤੇ। ਸਤਿਗੁਰੂ ਮਹਾਰਾਜ ਵਿਸਾਖੀ ਦੇ ਮੌਕੇ ਉਸ ਸਥਾਨ ਦੇ ਉੱਤੇ ਜਾਂਦੇ ਨੇ। ਉਸ ਸਥਾਨ ਦੇ ਉੱਤੇ ਸਿੱਖ ਸੰਗਤਾਂ ਨੂੰ ਨਾਮ ਬਾਣੀ ਦਾ ਉਪਦੇਸ਼ ਦਿੰਦੇ ਨੇ, ਉਹਨਾਂ ਦੇ ਅੰਦਰ ਦ੍ਰਿੜਤਾ ਪੈਦਾ ਕਰਦੇ ਨੇ, ਸਮਾਜਿਕ ਬੁਰਾਈਆਂ ਤੋਂ ਦੂਰ ਰਹਿਣ ਦਾ ਉਪਦੇਸ਼ ਕਰਦੇ ਨੇ, ਨਸ਼ਿਆਂ, ਚੋਰੀ ਚੁਬਾਰੀ, ਤੰਬਾਕੂ ਖਾਸ ਤੌਰ 'ਤੇ ਉਸ ਤੋਂ ਦੂਰ ਰੱਖਣ ਦਾ ਸਤਿਗੁਰੂ ਮਹਾਰਾਜ ਦਾ ਯਤਨ ਸੀਗਾ। ਸਤਿਗੁਰੂ ਮਹਾਰਾਜ ਉੱਥੇ ਕਈ ਦਿਨ ਦੀਵਾਨ ਸਜਾਉਂਦੇ ਨੇ। ਉਹਨਾਂ ਸਮਾਗਮਾਂ ਦੇ ਵਿੱਚ ਉਸ ਵਕਤ ਦੇ ਸਮਕਾਲੀ ਕਵੀਆਂ ਦੇ ਅਨੁਸਾਰ 30,000 ਤੋਂ ਉੱਪਰ ਇਕੱਠ ਹੁੰਦਾ ਹੈ। ਇਸ ਇਕੱਠ ਨੂੰ ਵੇਖ ਕੇ ਜਿਹੜੇ ਸਰਕਾਰ ਦੇ ਸੂਹੀਏ ਸਨ ਜਾਂ ਗੁਰੂ ਘਰ ਦੇ ਵਿਰੋਧੀ ਸਨ, ਉਹਨਾਂ ਨੇ ਦਿੱਲੀ ਦਰਬਾਰ ਦੇ ਵਿੱਚ ਜਾ ਕਰ ਕੇ ਵੱਧ ਚੜ੍ਹ ਕੇ ਰਿਪੋਰਟਾਂ ਦਿੱਤੀਆਂ ਵੀ ਗੁਰੂ ਤੇਗ ਬਹਾਦਰ ਮਹਾਰਾਜ ਲੋਕਾਂ ਨੂੰ, ਖਾਸ ਤੌਰ 'ਤੇ ਹਿੰਦੂ ਜਨਤਾ ਨੂੰ ਦਿੱਲੀ ਦਰਬਾਰ ਦੇ ਵਿਰੁੱਧ ਲਾਮਬੰਦ ਕਰ ਰਹੇ ਨੇ, ਇਸਲਾਮ ਦੇ ਵਿਰੁੱਧ ਲਾਮਬੰਦ ਕਰ ਰਹੇ ਨੇ, ਜਿਹਦੇ ਕਾਰਨ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਔਰੰਗਜ਼ੇਬ ਨੇ ਦਿੱਲੀ ਆਉਣ ਦਾ ਸੱਦਾ ਜਿਹੜਾ ਹੈ ਉਹ ਦਿੱਤਾ ਹੈ। ਇਸੇ ਸਮੇਂ ਦੇ ਦੌਰਾਨ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਇੱਕ ਸਮਾਚਾਰ ਮਿਲਦਾ ਹੈ। ਬਿਲਾਸਪੁਰ ਦਾ ਰਾਜਾ
ਦੀਪ ਚੰਦ ਉਹ ਚੜ੍ਹਾਈ ਕਰ ਜਾਂਦਾ ਹੈ। ਇਹ ਗੁਰੂ ਘਰ ਦੇ ਬਹੁਤ ਸ਼ਰਧਾਲੂ ਸੀ ਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਦੀਪ ਚੰਦ ਦੀ ਰਾਣੀ ਚੰਪਾ ਦੇ ਨਾਲ ਮਾਤਮਪੁਰਸ਼ੀ ਕਰਨ ਵਾਸਤੇ ਸਤਿਗੁਰੂ ਮਹਾਰਾਜ ਵਾਪਸ ਕੀਰਤਪੁਰ ਵਾਲੇ ਸਥਾਨ ਦੇ ਉੱਤੇ ਆ ਜਾਂਦੇ ਨੇ। ਮਈ ਮਹੀਨੇ ਦੇ ਸਤਿਗੁਰੂ ਮਹਾਰਾਜ ਵਾਪਸ ਆਉਂਦੇ ਨੇ, ਰਾਣੀ ਚੰਪਾ ਦੇ ਨਾਲ ਦੀਪ ਚੰਦ ਦੀ ਮਾਤਮਪੁਰਸ਼ੀ ਕਰਦੇ ਨੇ। ਇਸੇ ਸਮੇਂ ਦੇ ਦੌਰਾਨ ਰਾਣੀ ਚੰਪਾ ਵੱਲੋਂ ਸਤਿਗੁਰੂ ਮਹਾਰਾਜ ਨੂੰ ਇਸ ਇਲਾਕੇ ਦੇ ਵਿੱਚ ਨਵਾਂ ਨਗਰ ਵਸਾਉਣ ਦੀ ਬੇਨਤੀ ਕੀਤੀ ਜਾਂਦੀ ਹੈ, ਜਿਹਦੇ ਤਹਿਤ ਸਤਿਗੁਰੂ ਮਹਾਰਾਜ 19 ਜੂਨ 1665 ਨੂੰ ਸਤਿਗੁਰੂ ਮਹਾਰਾਜ ਅਨੰਦਪੁਰ ਸਾਹਿਬ ਦੀ ਨੀਂਹ ਰੱਖਦੇ ਨੇ। ਇਸ ਤੋਂ ਅਗਲਾ ਪ੍ਰਚਾਰਕ ਦੌਰਾ ਸਤਿਗੁਰੂ ਮਹਾਰਾਜ ਨੇ ਮਾਲਵੇ ਤੋਂ ਹੁੰਦਿਆਂ ਹੋਇਆਂ ਪਟਨਾ ਅਤੇ ਢਾਕੀ ਵੱਲ ਕਰਨਾ ਸੀ, ਕਿਉਂਕਿ ਢਾਕੀ ਦੇ ਭਾਈ ਬਲਾਕੀ ਸਿੰਘ ਅਤੇ ਪਟਨੇ ਦੀ ਸੰਗਤ ਵੱਲੋਂ ਮੁਖੀ ਸਿੱਖਾਂ ਵੱਲੋਂ ਸਤਿਗੁਰੂ ਮਹਾਰਾਜ ਨੂੰ ਆ ਕੇ ਬੇਨਤੀ ਕੀਤੀ ਵੀ ਸਤਿਗੁਰੂ ਦਾਤੇ ਤੁਸੀਂ ਸਾਡੇ ਇਸ ਸਥਾਨ ਦੇ ਉੱਤੇ ਆਓ ਤੇ ਸਿੱਖੀ ਦਾ ਪ੍ਰਚਾਰ ਜਿਹੜਾ ਹੋ ਸਕੇ, ਲੋਕ ਵਹਿਮਾਂ ਭਰਮਾਂ ਤੋਂ ਦੂਰ ਹੋ ਸਕਣ। ਸਤਿਗੁਰੂ ਮਹਾਰਾਜ ਨੇ ਉਹਨਾਂ ਦੀ ਬੇਨਤੀ ਨੂੰ ਮੰਨ ਕੇ ਇਹ ਲੰਬਾ ਪ੍ਰਚਾਰਕ ਦੌਰਾ ਜਿਹੜਾ ਸੀ ਉਹਦਾ ਪ੍ਰੋਗਰਾਮ ਬਣਾ ਲਿਆ। ਸਤਿਗੁਰੂ ਮਹਾਰਾਜ ਬਰਸਾਤਾਂ ਤੇ ਚੁਮਾਸੇ ਦੇ ਦਿਨ ਕੀਰਤਪੁਰ ਦੇ ਲਾਗੇ ਤਾਗੇ ਕੱਟ ਕੇ ਤੇ ਸਤਿਗੁਰੂ ਮਹਾਰਾਜ ਉਹ ਸਫ਼ਰ ਤੈਅ ਕਰਦੇ ਨੇ। ਸਤਿਗੁਰੂ ਮਹਾਰਾਜ ਦੇ ਨਾਲ ਮੁਖੀ ਗੁਰੂ ਕੇ ਸਿੱਖ ਨੇ। ਸਤਿਗੁਰੂ ਮਹਾਰਾਜ ਨੂੰ ਭਾਈ ਦੱਗੋ ਨੇ ਫਿਰ ਕਿਹਾ ਵੀ ਸਤਿਗੁਰੂ ਮਹਾਰਾਜ ਦੀਵਾਲੀ ਦਾ ਪੁਰਬ ਤੁਸੀਂ ਫਿਰ ਇਸੇ ਸਥਾਨ ਦੇ ਉੱਤੇ ਮਨਾਓ, ਕਿਉਂਕਿ ਸਿੱਖ ਸੰਗਤਾਂ ਤੁਹਾਨੂੰ ਪਿਆਰ ਕਰਦੀਆਂ ਨੇ, ਤੁਹਾਨੂੰ ਯਾਦ ਕਰਦੀਆਂ ਨੇ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਨੇ ਇਹ ਦੂਸਰਾ ਪੁਰਬ ਦੀਵਾਲੀ ਦਾ ਵੀ ਧਮਧਾਨ ਦੇ ਇਲਾਕੇ ਦੇ ਵਿੱਚ ਮਨਾਉਣਾ ਮਨ ਕਰਕੇ ਤੇ ਤੁਰ ਪਏ ਨੇ। ਹੁਣ ਜਦੋਂ ਸਤਿਗੁਰੂ ਮਹਾਰਾਜ ਉੱਥੇ ਪਹੁੰਚਦੇ ਨੇ ਤੇ ਦਿੱਲੀ ਦਰਬਾਰ ਵੱਲੋਂ ਆਲਮ ਖਾਂ ਰੋਹੀਲੇ ਵੱਲੋਂ ਸਿਪਾਹੀਆਂ ਦੇ ਨਾਲ ਆ ਕਰਕੇ ਤੇ ਸਤਿਗੁਰੂ ਮਹਾਰਾਜ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ। ਇਸ ਸਮੇਂ ਸਤਿਗੁਰੂ ਮਹਾਰਾਜ ਦੇ ਨਾਲ ਭਾਈ ਸਤੀ ਦਾਸ, ਭਾਈ ਗਵਾਲ ਦਾਸ, ਭਾਈ ਗੁਰਦਾਸ, ਭਾਈ ਸੰਗਤ, ਭਾਈ ਦਿਆਲ ਦਾਸ, ਇਹ ਗੁਰੂ ਕੇ ਸਿੱਖਾਂ ਨੂੰ ਵੀ ਗ੍ਰਿਫਤਾਰ ਕਰਕੇ ਦਿੱਲੀ ਲੈ ਕੇ ਆਂਦਾ ਗਿਆ ਹੈ। ਸਤਿਗੁਰੂ ਮਹਾਰਾਜ ਨੂੰ ਕੈਦ ਰੱਖਿਆ। ਔਰੰਗਜ਼ੇਬ ਨੇ ਉਸ ਵਕਤ ਸਤਿਗੁਰੂ ਮਹਾਰਾਜ ਨੂੰ ਇਹ ਗੱਲ ਵਾਰ-ਵਾਰ ਕਹੀ ਵੀ ਸਤਿਗੁਰੂ ਤੁਸੀਂ ਇਸਲਾਮ ਦੇ ਵਿੱਚ ਆ ਜਾਓ, ਮੈਂ ਸਾਰੇ ਹਿੰਦੁਸਤਾਨ ਨੂੰ ਇਸਲਾਮ ਦੇ ਵਿੱਚ ਲਿਆਉਣਾ ਚਾਹੁੰਦਾ ਹਾਂ। ਇਹਦਾ ਲਾਭ ਹੋਵੇਗਾ ਕਿ ਆਪਸ ਦੇ ਵਿੱਚ ਵੈਰ ਖਤਮ ਹੋ ਜਾਵਣਗੇ, ਇਹਦਾ ਬਹੁਤ ਵੱਡਾ ਲਾਭ ਹੋਵੇਗਾ। ਪਰ ਸਤਿਗੁਰੂ ਮਹਾਰਾਜ ਜਦੋਂ ਨਹੀਂ ਮੰਨੇ ਤੇ ਖਿਆਲ ਕਰਨਾ ਸਤਿਗੁਰੂ ਮਹਾਰਾਜ ਨੂੰ ਡਰਾਵੇ ਵੀ ਦਿੱਤੇ ਗਏ, ਲਾਲਚ ਵੀ ਦਿੱਤੇ ਗਏ ਤੇ ਪਰਤ ਕੇ ਜਦੋਂ ਨਾ ਕਾਮਯਾਬੀ ਉਹਨਾਂ ਨੂੰ ਪ੍ਰਾਪਤ ਹੋਈ ਤੇ ਸਤਿਗੁਰੂ ਮਹਾਰਾਜ ਨੂੰ ਫਾਂਸੀ ਦਾ ਹੁਕਮ ਔਰੰਗਜ਼ੇਬ ਵੱਲੋਂ ਦੇ ਦਿੱਤਾ ਗਿਆ। ਪਰ ਇਹ ਫਾਂਸੀ ਦਾ ਹੁਕਮ ਤਮੀਮ ਦੇ ਵਿੱਚ ਨਾ ਆ ਸਕਿਆ, ਲਾਗੂ ਨਾ ਹੋ ਸਕਿਆ। ਉਹਦਾ ਕਾਰਨ ਇਹ ਸੀ ਕਿ ਅੰਬੇਰ ਦਾ ਰਾਜਾ ਜੈ ਸਿੰਘ, ਜਿਹੜਾ ਕਿ ਔਰੰਗਜ਼ੇਬ ਦੇ ਬਹੁਤ ਖਾਸ ਸੀਗਾ, ਇਹ ਉਸ ਵਕਤ ਵੀ ਦੱਖਣ ਵਾਲੇ ਪਾਸੇ ਮੁਹਿੰਮ ਦੇ ਉੱਤੇ ਗਿਆ ਹੋਇਆ ਸੀ ਔਰੰਗਜ਼ੇਬ ਵੱਲੋਂ। ਤੇ ਇਹਦੀ ਰਾਣੀ ਸੀ ਰਾਣੀ ਪੁਸ਼ਪਾ, ਤੇ ਰਾਣੀ ਪੁਸ਼ਪਾ ਤੇ ਰਾਜਾ ਜੈ ਸਿੰਘ ਦਾ ਪੁੱਤਰ ਸੀ ਰਾਜਾ ਰਾਮ ਸਿੰਘ, ਜਿਹੜਾ ਦਿੱਲੀ ਦਰਬਾਰ ਦੇ ਵਿੱਚ ਬਹੁਤ ਹੀ ਅਸਲ ਰਸੂਖ ਰੱਖਦਾ ਸੀਗਾ। ਜਦੋਂ ਗੁਰੂ ਕੇ ਸਿੱਖਾਂ ਨੇ ਰਾਣੀ ਪੁਸ਼ਪਾ ਨੂੰ ਇਹ ਗੱਲ ਕਹੀ, ਕਿਉਂਕਿ ਦਿੱਲੀ ਦੇ ਦਿਲਵਾਲੀ ਇਲਾਕੇ ਦੇ ਵਿੱਚ ਭਾਈ ਕਲਿਆਣ ਚੰਦ ਜੀ ਦੀ ਉਸ ਵਕਤ ਉੱਥੇ ਸਰਾਂ ਸੀ ਤੇ ਉੱਥੇ ਰਾਣੀ ਪੁਸ਼ਪਾ ਅਕਸਰ ਆਇਆ ਕਰਦੀ ਸੀ। ਗੁਰੂ ਕੇ ਸਿੱਖਾਂ ਨੇ ਰਾਣੀ ਨੂੰ ਗੱਲ ਦੱਸੀ, ਰਾਣੀ ਨੂੰ ਵੀ ਪਤਾ ਲੱਗ ਚੁੱਕਿਆ ਸੀ। ਰਾਣੀ ਨੇ ਉਸ ਵਕਤ ਸਿੱਖਾਂ ਨੂੰ ਤਰਵਾਸ ਦਿੱਤਾ ਵੀ ਇਹ ਮੇਰੀ ਜ਼ਿੰਮੇਵਾਰੀ ਹੈ ਕਿ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਕੈਦ ਦੇ ਵਿੱਚੋਂ ਮੈਂ ਛਡਾਵਾਂਗੀ। ਉਹਨੇ ਆਪਣੇ ਪੁੱਤਰ ਰਾਜਾ ਰਾਮ ਸਿੰਘ ਨੂੰ ਇਹ ਗੱਲ ਕਹੀ ਵੀ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਕੈਦ ਦੇ ਵਿੱਚੋਂ ਛਡਾਇਆ ਜਾਵੇ। ਰਾਜਾ ਰਾਮ ਸਿੰਘ ਨੇ ਔਰੰਗਜ਼ੇਬ ਨੂੰ ਇਹ ਗੱਲ ਸਮਝਾਈ ਕਿ ਔਰੰਗਜ਼ੇਬ ਗੁਰੂ ਤੇਗ ਬਹਾਦਰ ਮਹਾਰਾਜ ਤੇ ਲੋਕਾਂ ਨੂੰ ਵਹਿਮਾਂ ਭਰਮਾਂ ਦੇ ਵਿੱਚੋਂ ਕੱਢਦੇ ਪਏ ਨੇ, ਲੋਕਾਂ ਨੂੰ ਜਿਹੜਾ ਹੈ ਸੁਚੇਤ ਕਰਦੇ ਪਏ ਨੇ, ਚੰਗਾ ਜੀਵਨ ਜਿਉਣ ਦੀ ਜਾਂਚ ਦਿਖਾਉਂਦੇ ਪਏ ਨੇ। ਜੇ ਆਪਾਂ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਸ਼ਹੀਦ ਕਰਦੇ ਹਾਂ ਤੇ ਦਿੱਲੀ ਹਕੂਮਤ ਨੂੰ ਇਸ ਦਾ ਕੋਈ ਲਾਭ ਨਹੀਂ ਹੋਵੇਗਾ, ਬਲਕਿ ਦਿੱਲੀ ਦਰਬਾਰ ਦੀ ਬੜੀ ਹਾਨੀ ਹੋਵੇਗੀ, ਇਹਦੀ ਬੜੀ ਜਲਾਲਤ ਹੋਵੇਗੀ, ਇਹਦੀ ਬੜੀ ਬਦਨਾਮੀ ਹੋਵੇਗੀ। ਸਾਨੂੰ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਸ਼ਹੀਦ ਨਹੀਂ ਕਰਨਾ ਚਾਹੀਦਾ। ਜੇ ਹਕੂਮਤ ਫਰਾਗ ਹੋਣਾ ਚਾਹੁੰਦੀ ਹੈ ਤੇ ਹਕੂਮਤ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਮੇਰੇ ਹਵਾਲੇ ਕਰ ਦੇ। ਔਰੰਗਜ਼ੇਬ ਨੂੰ ਵਕਤੀ ਤੌਰ ਤੇ ਇਹ ਗੱਲ ਚੰਗੀ ਲੱਗੀ ਤੇ ਉਹਨੇ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਰਾਜਾ ਰਾਮ ਸਿੰਘ ਦੇ ਹਵਾਲੇ ਕਰ ਦਿੱਤਾ।
ਧੰਨ ਗੁਰੂ ਤੇਗ ਬਹਾਦਰ ਮਹਾਰਾਜ ਦੀ ਇਹ ਜਿਹੜੀ ਗ੍ਰਿਫਤਾਰੀ 8 ਅਕਤੂਬਰ ਸਨ 1665 ਨੂੰ ਹੋਈ ਸੀ ਤੇ 13 ਦਸੰਬਰ 1665 ਨੂੰ ਸਤਿਗੁਰੂ ਮਹਾਰਾਜ ਨੂੰ ਰਾਜਾ ਰਾਮ ਸਿੰਘ ਦੇ ਹਵਾਲੇ ਕਰ ਦਿੱਤਾ ਗਿਆ 1 ਮਹੀਨਾ ਤੇ 5 ਦਿਨਾਂ ਬਾਅਦ। ਤੇ ਉਸ ਤੋਂ ਅਗਲੇ 3 ਦਿਨਾਂ ਤੱਕ ਸਤਿਗੁਰੂ ਮਹਾਰਾਜ ਰਾਜਾ ਰਾਮ ਸਿੰਘ ਦੇ ਕੋਲ ਰਹਿੰਦੇ ਨੇ। ਪਰਤ ਕੇ ਰਾਜਾ ਰਾਮ ਸਿੰਘ ਸਤਿਗੁਰੂ ਮਹਾਰਾਜ ਨੂੰ ਜਿਹੜਾ ਹੈ ਉਹ ਪਟਨੇ ਵਾਲੇ ਪਾਸੇ, ਜੋ ਸਤਿਗੁਰੂ ਮਹਾਰਾਜ ਨੇ ਪਹਿਲਾਂ ਹੀ ਪ੍ਰਚਾਰਕ ਦੌਰਾ ਆਰੰਭਿਆ ਹੋਇਆ ਸੀਗਾ, ਮਿੱਥਿਆ ਹੋਇਆ ਸੀ, ਉੱਧਰਲੇ ਪਾਸੇ ਨੂੰ ਸਤਿਗੁਰੂ ਮਹਾਰਾਜ ਅਗਾਂਹ ਚਲੇ ਜਾਂਦੇ ਨੇ। ਇਹ ਸਮਾਂ ਜਿਹੜਾ ਹੈ ਲਗਭਗ 4 ਸਾਲ ਤੋਂ ਉੱਪਰ ਹੈ। ਆਪਾਂ ਇਸ ਸਮੇਂ ਦੇ ਵਿੱਚ ਬਹੁਤ ਸਾਰੀਆਂ ਘਟਨਾਵਾਂ ਹੁੰਦੀਆਂ ਨੇ, ਆਪਾਂ ਉਹਨਾਂ ਦਾ ਜ਼ਿਕਰ ਅੱਜ ਨਹੀਂ ਕਰਨਾ। ਇਸੇ ਸਮੇਂ ਦੇ ਦੌਰਾਨ ਗੋਬਿੰਦ ਰਾਏ ਮਹਾਰਾਜ ਦਾ ਪ੍ਰਕਾਸ਼ ਵੀ ਹੁੰਦਾ ਹੈ। ਅੱਜ ਆਪਾਂ ਇਸ ਵੀਡੀਓ ਰਾਹੀਂ ਕੇਵਲ ਗ੍ਰਿਫਤਾਰੀਆਂ ਦੀ ਗੱਲ ਕਰਨੀ ਹੈ। ਜਦੋਂ ਸਤਿਗੁਰੂ ਮਹਾਰਾਜ 4 ਸਾਲ ਤੋਂ ਉੱਪਰ ਉੱਧਰਲੇ ਸਮੇਂ ਨੂੰ ਗੁਜ਼ਾਰਦਿਆਂ ਹੋਇਆਂ, ਮਨੁੱਖਤਾ ਨੂੰ ਸੱਚ ਮਾਰਗ ਦੱਸਦਿਆਂ ਹੋਇਆਂ, ਪੈ ਕਾਹੂ ਕੋ ਦੇਤ ਨੇ ਨਹਿ ਪੈ ਮਾਨਤ ਆਨ, ਕਹੋ ਨਾਨਕ ਸੁਨ ਰੇ ਮਨਾ ਗਿਆਨੀ ਤਾਹੇ ਵਗਾਨ ਦਾ ਉਪਦੇਸ਼ ਦਿੰਦਿਆਂ ਹੋਇਆਂ ਜਦੋਂ ਵਾਪਸ ਫਿਰ ਇੱਧਰਲੇ ਪਾਸੇ ਨੂੰ ਆਉਂਦੇ ਨੇ, ਪਟਨੇ ਤੋਂ ਹੁੰਦਿਆਂ ਹੋਇਆਂ ਗੋਬਿੰਦ ਰਾਏ ਮਹਾਰਾਜ ਨੂੰ ਮਿਲਦਿਆਂ ਹੋਇਆਂ, ਤੇ ਜਦੋਂ ਆਗਰੇ ਵਿੱਚ ਆਉਂਦੇ ਨੇ, ਆਗਰੇ ਦੇ ਵਿੱਚ ਸਤਿਗੁਰੂ ਮਹਾਰਾਜ ਨੂੰ ਫਿਰ ਦੂਜੀ ਵਾਰ ਗ੍ਰਿਫਤਾਰ ਕੀਤਾ ਜਾਂਦਾ ਹੈ। ਕਿਉਂਕਿ ਪੂਰਬ ਦੀਆਂ ਜਿਹੜੀਆਂ ਸਮਾਚਾਰ ਸਨ, ਸੂਹੀਆਂ ਵੱਲੋਂ ਉਹ ਔਰੰਗਜ਼ੇਬ ਨੂੰ ਮਿਲ ਰਹੇ ਸਨ ਵੀ ਗੁਰੂ ਤੇਗ ਬਹਾਦਰ ਮਹਾਰਾਜ ਇਵੇਂ ਪ੍ਰਚਾਰ ਕਰ ਰਹੇ ਨੇ, ਤੇ ਔਰੰਗਜ਼ੇਬ ਨੂੰ ਇਹ ਗੱਲ ਪਸੰਦ ਨਹੀਂ ਸੀਗੀ। ਔਰੰਗਜ਼ੇਬ ਨੂੰ ਫਿਰ ਸਤਿਗੁਰੂ ਮਹਾਰਾਜ ਨੂੰ ਗ੍ਰਿਫਤਾਰ ਕਰਕੇ ਆਗਰੇ ਤੋਂ ਇਹ ਦੂਸਰੀ ਗ੍ਰਿਫਤਾਰੀ ਹੈ, ਤੇ ਸਤਿਗੁਰੂ ਮਹਾਰਾਜ ਨੂੰ ਦਿੱਲੀ ਲੈ ਕੇ ਆਂਦਾ ਗਿਆ। ਦਿੱਲੀ ਦੇ ਵਿੱਚ ਸਤਿਗੁਰੂ ਮਹਾਰਾਜ ਨੂੰ ਫਿਰ 2 ਮਹੀਨੇ 13 ਦਿਨ ਕੈਦ ਦੇ ਵਿੱਚ ਰੱਖਿਆ ਗਿਆ। ਇਸੇ ਸਮੇਂ ਦੇ ਦੌਰਾਨ ਔਰੰਗਜ਼ੇਬ ਤੇ ਸਤਿਗੁਰੂ ਤੇਗ ਬਹਾਦਰ ਮਹਾਰਾਜ ਦੀ ਲੰਬੀ ਚੌੜੀ ਵਾਰਤਾ ਹੁੰਦੀ ਹੈ, ਜਿਸ ਵਾਰਤਾਲਾਪ ਨੂੰ ਕਈ ਇਤਿਹਾਸਕਾਰਾਂ ਨੇ ਸਤਿਗੁਰੂ ਮਹਾਰਾਜ ਦੀ ਅਖੀਰਲੀ ਗ੍ਰਿਫਤਾਰੀ ਦੇ ਨਾਲ ਜੋੜ ਦਿੱਤਾ ਜਾਂਦਾ ਹੈ। ਹਾਲਾਂਕਿ ਤੀਸਰੀ ਗ੍ਰਿਫਤਾਰੀ ਦੇ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਤੇ ਔਰੰਗਜ਼ੇਬ ਦਾ ਟਾਕਰਾ ਨਹੀਂ ਹੁੰਦਾ, ਕਿਉਂਕਿ ਔਰੰਗਜ਼ੇਬ 7 ਅਪ੍ਰੈਲ 1674 ਤੋਂ ਲੈ ਕੇ 19 ਅਪ੍ਰੈਲ 1676 ਤੱਕ ਇਹ ਹਸਨ ਅਬਦਾਨ ਵਾਲੇ ਪਾਸੇ ਜੀਵਨ ਬਤੀਤ ਕਰਦਾ। ਉੱਥੇ ਇੱਕ ਮੁਹਿੰਮ ਨੂੰ ਸਰ ਕਰਨ ਵਾਸਤੇ ਗਿਆ ਹੋਇਆ ਸੀਗਾ। ਸਤਿਗੁਰੂ ਮਹਾਰਾਜ ਦੇ ਨਾਲ ਕੋਈ ਵਾਰਤਾਲਾਪ ਤੀਸਰੀ ਗ੍ਰਿਫਤਾਰੀ ਦੇ ਵਿੱਚ ਔਰੰਗਜ਼ੇਬ ਦੀ ਨਹੀਂ ਹੁੰਦੀ ਹੈ। ਇਹ ਦੂਸਰੀ ਗ੍ਰਿਫਤਾਰੀ ਜਿਹੜੀ ਆਗਰੇ ਤੋਂ ਹੁੰਦੀ ਹੈ, ਅਪ੍ਰੈਲ 1670 ਦੇ ਵਿੱਚ ਇਹ ਦੂਜੀ ਗ੍ਰਿਫਤਾਰੀ ਹੁੰਦੀ ਹੈ, ਤੇ ਸਤਿਗੁਰੂ ਮਹਾਰਾਜ ਨੂੰ ਦਿੱਲੀ ਲਿਆਂਦਾ ਗਿਆ। ਇਸੇ ਸਮੇਂ ਦੇ ਦੌਰਾਨ ਸਤਿਗੁਰੂ ਮਹਾਰਾਜ ਦੀ ਬਹੁਤ ਪੁੱਛ ਪੜਤਾਲ ਹੁੰਦੀ ਹੈ। ਸਤਿਗੁਰੂ ਮਹਾਰਾਜ ਨੂੰ ਫਿਰ ਉਹੀ ਗੱਲਾਂ ਰੱਖੀਆਂ ਗਈਆਂ। ਇਸ ਗ੍ਰਿਫਤਾਰੀ ਦੇ ਵਿੱਚੋਂ ਰਿਹਾਈ ਜਿਹੜੀ ਹੈ ਉਹ ਸੈਫ ਖਾਂ ਕਰਵਾਉਂਦਾ ਹੈ। ਸੈਫ ਖਾਂ ਜਿੱਥੇ ਔਰੰਗਜ਼ੇਬ ਦਾ ਰਿਸ਼ਤੇਦਾਰ ਸੀ, ਅਸਲ ਰਸੂਲ ਰੱਖਣ ਵਾਲਾ ਸੀਗਾ, ਉੱਥੇ ਨਾਲ ਹੀ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਦਾ ਬਹੁਤ ਵੱਡਾ ਸ਼ਰਧਾਲੂ ਸੀ, ਗੁਰੂ ਘਰ ਦਾ ਬਹੁਤ ਵੱਡਾ ਸ਼ਰਧਾਲੂ ਸੀ। ਸੈਫ ਖਾਂ ਨੇ ਆਪਣਾ ਨਿੱਜੀ ਰਸੂਖ ਵਰਤ ਕੇ ਔਰੰਗਜ਼ੇਬ ਦੀ ਕੈਦ ਦੇ ਵਿੱਚੋਂ ਗੁਰੂ ਤੇਗ ਬਹਾਦਰ ਮਹਾਰਾਜ ਦੀ ਇਹ ਦੂਜੀ ਗ੍ਰਿਫਤਾਰੀ ਦੀ ਰਿਹਾਈ ਕਰਵਾਉਂਦਾ ਹੈ। ਇਹ ਗ੍ਰਿਫਤਾਰੀ 2 ਮਹੀਨੇ 13 ਦਿਨ ਦੀ ਹੈ, ਤੇ ਸੈਫ ਖਾਂ ਇਹ ਸਦਾ ਵਾਸਤੇ ਜਿਹੜਾ ਗ੍ਰਿਫਤਾਰੀਆਂ ਦਾ ਡਿੱਕਾ ਸੀਗਾ ਉਹ ਖਤਮ ਕਰਕੇ ਸਤਿਗੁਰੂ ਮਹਾਰਾਜ ਨੂੰ ਰਿਹਾ ਕਰਵਾ ਲੈਂਦਾ ਹੈ। ਇੱਥੋਂ ਸਤਿਗੁਰੂ ਮਹਾਰਾਜ ਫਿਰ ਪੰਜਾਬ ਦੀ ਧਰਤੀ ਵੱਲ ਨੂੰ ਆ ਜਾਂਦੇ ਨੇ। ਤੀਜੀ ਗ੍ਰਿਫਤਾਰੀ ਦੀ ਆਪਾਂ ਬਹੁਤੀ ਡਿਟੇਲ ਵਿੱਚ ਨਹੀਂ ਜਾਣਾ, ਕਿਉਂਕਿ ਸਿੱਖ ਸੰਗਤਾਂ ਨੂੰ ਇਸ ਸੰਬੰਧ ਦੇ ਵਿੱਚ ਬਹੁਤ ਆਤ ਪਤਾ ਹੈ। ਉਹ ਗ੍ਰਿਫਤਾਰੀ ਜਿਹੜੀ ਹੈ ਉਹ ਜਦੋਂ ਔਰੰਗਜ਼ੇਬ ਹਿੰਦੂਆਂ ਦੇ ਉੱਤੇ ਜ਼ੁਲਮ ਢਾਉਂਦਾ, ਪੰਡਤਾਂ ਦੇ ਉੱਤੇ 25 ਮਈ 1675 ਨੂੰ ਉਹ ਆ ਕੇ ਫਰਿਆਦ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਕਰਦੇ ਨੇ। ਸਤਿਗੁਰੂ ਮਹਾਰਾਜ ਗੋਬਿੰਦ ਰਾਏ ਮਹਾਰਾਜ ਨੂੰ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਦੇ ਕਰਕੇ ਆਪ ਸਤਿਗੁਰੂ ਮਹਾਰਾਜ ਦਿੱਲੀ ਵੱਲ ਨੂੰ ਚਾਲੇ ਪਾਉਂਦੇ ਨੇ। ਤੇ ਜਦੋਂ ਦਿੱਲੀ ਵੱਲ ਨੂੰ ਚਾਲੇ ਪਾਉਂਦੇ ਨੇ, ਜੁਲਾਈ ਮਹੀਨੇ ਦੇ ਵਿੱਚ ਸਤਿਗੁਰੂ ਮਹਾਰਾਜ ਨੂੰ ਜਿਹੜਾ ਹੈ ਮਲਕਪੁਰ ਰੰਘਣਾ, ਇਹ ਰੋਪੜ ਡਿਸਟ੍ਰਿਕਟ ਦੇ ਵਿੱਚ ਪੈਂਦਾ ਹੈ, ਇੱਥੋਂ ਸਤਿਗੁਰੂ ਮਹਾਰਾਜ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ। ਕਿਉਂਕਿ ਸਰਹੰਦ ਦਾ ਸੂਬੇਦਾਰ ਜਿਹੜਾ ਉਸ ਵਕਤ ਦਿਲਾਵਰ ਖਾਂ ਹੈ, ਦਿਲਾਵਰ ਖਾਂ ਨੇ ਮਿਰਜ਼ਾ ਨੂਰ ਮੁਹੰਮਦ ਨੂੰ ਇਹ ਹੁਕਮ ਦਿੱਤਾ ਸੀ ਵੀ ਸਤਿਗੁਰੂ ਮਹਾਰਾਜ ਨੂੰ ਗ੍ਰਿਫਤਾਰ ਕਰਨਾ ਹੈ, ਕਿਉਂਕਿ ਇਹ ਰੋਪੜ ਦਾ ਥਾਣੇਦਾਰ ਸੀਗਾ। ਮਿਰਜ਼ਾ ਨੂਰ ਮੁਹੰਮਦ ਸਤਿਗੁਰੂ ਮਹਾਰਾਜ ਨੂੰ ਗ੍ਰਿਫਤਾਰ ਕਰਕੇ ਸਰਹੰਦ ਲਿਆਉਂਦਾ ਹੈ। ਬਸੀ ਪਠਾਣਾ ਸ਼ਾਹੀ ਖਾਨਾ ਸੀ, ਕੈਦਖਾਨਾ ਸੀ, ਤੇ ਇੱਥੇ ਸਤਿਗੁਰੂ ਮਹਾਰਾਜ ਨੂੰ ਫਿਰ ਰੱਖਿਆ ਗਿਆ।
ਤੇ ਸਾਫੀ ਖਾਨ ਜਿਹੜਾ ਦਿੱਲੀ ਦਾ ਉਸ ਵਕਤ ਸਾਰਾ ਕੁਝ ਚਾਰਜ ਸੰਭਾਲ ਰਿਹਾ ਹੈ, ਉਹਨੂੰ ਖਬਰ ਦੇ ਦਿੱਤੀ ਜਾਂਦੀ ਹੈ। ਸਾਫੀ ਖਾਨ ਵੱਲੋਂ ਜਿਹੜਾ ਹੈ ਔਰੰਗਜ਼ੇਬ ਨੂੰ ਸੁਨੇਹਾ ਘੱਲਿਆ ਜਾਂਦਾ ਹੈ। ਸੁਨੇਹਾ ਜਾਵੇ ਤੇ ਆਵੇ, ਇਹਦੇ ਸਮੇਂ ਦੇ ਦੌਰਾਨ ਜਿਹੜੇ ਸਮਾਂ ਬਣਦਾ ਹੈ, ਉਸ ਸਮੇਂ ਦੇ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਬਸੀ ਪਠਾਣਾ ਦੇ ਕੈਦ ਵਿੱਚ ਕੈਦਖਾਨੇ ਵਿੱਚ ਕੈਦ ਰੱਖਿਆ ਜਾਂਦਾ ਹੈ। ਔਰੰਗਜ਼ੇਬ ਵੱਲੋਂ ਸੁਨੇਹਾ ਵਾਪਸ ਆਉਂਦਾ ਵੀ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਕਿਸੇ ਵੀ ਤਰੀਕੇ ਇਸਲਾਮ ਦੇ ਧਰਮ ਵਿੱਚ ਲੈ ਕੇ ਆਵੋ, ਇਸਲਾਮ ਦੀ ਦੁਨੀਆ ਵਿੱਚ ਲੈ ਕੇ ਆਵੋ। ਇਸੇ ਤਹਿਤ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਨੂੰ 3 ਨਵੰਬਰ ਨੂੰ ਦਿੱਲੀ ਲਿਆਂਦਾ ਗਿਆ। ਦਿੱਲੀ ਦੇ ਵਿੱਚ ਸਤਿਗੁਰੂ ਮਹਾਰਾਜ ਨੂੰ ਜਿਹੜਾ ਸੀ ਉਹ ਕੈਦ ਵਿੱਚ ਰੱਖਿਆ ਗਿਆ। ਕੋਤਵਾਲ ਵੱਲੋਂ ਅਨੇਕਾਂ ਤਰ੍ਹਾਂ ਦੇ ਤਸੀਹੇ ਦਿੱਤੇ ਗਏ। ਬਹੁਤ ਸਾਰੇ ਲੇਖਕਾਂ ਨੇ ਇਹਨਾਂ ਤਸੀਹਾਂ ਦਾ ਜ਼ਿਕਰ ਜਿਹੜਾ ਹੈ ਉਹ ਕੀਤਾ ਹੈ। ਪੁਰਾਤਨ ਇਤਿਹਾਸਕਾਰਾਂ ਨੇ ਵੀ ਗੱਲ ਕੀਤੀ ਹੈ, ਜਿਨ੍ਹਾਂ ਦੇ ਵਿੱਚ ਨਵੇਂ ਲੇਖਕ ਜਿਹੜੇ ਮਹਿੰਦਰ ਸਿੰਘ ਜੋਸ਼, ਡਾਕਟਰ ਤਾਰਨ ਸਿੰਘ, ਹੋਰ ਅਨੇਕਾਂ ਇਤਿਹਾਸਕਾਰਾਂ ਨੇ ਹਵਾਲੇ ਦੇ ਕੇ ਜ਼ਿਕਰ ਕੀਤਾ ਵੀ ਸਤਿਗੁਰੂ ਮਹਾਰਾਜ ਦੇ ਸਰੀਰ ਦੇ ਉੱਤੇ ਗਰਮ ਰੇਤਾ ਪਾਈ ਗਈ। ਸਤਿਗੁਰੂ ਮਹਾਰਾਜ ਨੂੰ ਇਹੋ ਜਿਹੇ ਪਿੰਜਰੇ ਦੇ ਵਿੱਚ ਰੱਖਿਆ ਗਿਆ ਜਿਹਦੇ ਆਲੇ ਦੁਆਲੇ ਸੂਏ ਲੱਗੇ ਹੋਏ ਸਨ। ਸਤਿਗੁਰੂ ਮਹਾਰਾਜ ਕੇਵਲ ਖਲੋ ਸਕਦੇ ਸਨ, ਨਾ ਬੈਠ ਸਕਦੇ ਸਨ, ਨਾ ਇੱਧਰ ਉੱਧਰ ਹਿਲ ਸਕਦੇ ਸਨ। ਸਤਿਗੁਰੂ ਮਹਾਰਾਜ ਨੂੰ ਤਸੀਹੇ ਦਿੱਤੇ ਗਏ, ਉਹਨਾਂ ਨੂੰ ਇਸਲਾਮ ਦੇ ਵਿੱਚ ਆਉਣ ਵਾਸਤੇ ਆਖਿਆ ਗਿਆ। ਪਰ ਸਤਿਗੁਰੂ ਮਹਾਰਾਜ ਜਦੋਂ ਨਹੀਂ ਮੰਨਦੇ ਨੇ, ਸਤਿਗੁਰੂ ਮਹਾਰਾਜ ਦੇ ਉੱਤੇ ਡਰ ਪੈਦਾ ਕਰਨ ਵਾਸਤੇ, ਮਨ ਦੇ ਉੱਤੇ ਪ੍ਰਭਾਵ ਪਾਉਣ ਵਾਸਤੇ ਸਤਿਗੁਰੂ ਮਹਾਰਾਜ ਦੇ ਨਾਲ ਗ੍ਰਿਫਤਾਰ ਕੀਤੇ ਗਏ 3 ਸਿੱਖ, ਭਾਈ ਮਤੀ ਦਾਸ, ਭਾਈ ਸਤੀ ਦਾਸ, ਇਹ ਦੋਵੇਂ ਭਰਾ ਨੇ। ਇਹਨਾਂ ਨੂੰ ਸ਼ਹੀਦ ਕੀਤਾ ਜਾਂਦਾ। ਭਾਈ ਮਤੀ ਦਾਸ ਨੂੰ ਆਰੇ ਦੇ ਨਾਲ ਚੀਰ ਕੇ ਦੁਫਾੜ ਕਰ ਦਿੱਤਾ ਜਾਂਦਾ। ਭਾਈ ਸਤੀ ਦਾਸ ਨੂੰ ਰੂਹ ਦੇ ਵਿੱਚ ਲਪੇਟ ਕੇ ਸਾੜ ਦਿੱਤਾ ਜਾਂਦਾ ਤੇ ਭਾਈ ਦਿਆਲਾ ਜੀ ਨੂੰ ਉਬਲਦੀ ਦੇਗ ਦੇ ਵਿੱਚ ਉਬਾਲ ਕੇ ਸ਼ਹੀਦ ਕੀਤਾ ਜਾਂਦਾ ਹੈ। ਸਤਿਗੁਰੂ ਮਹਾਰਾਜ ਬਿਲਕੁਲ ਅਡੋਲ ਰਹਿੰਦੇ ਨੇ ਇਹਨਾਂ ਸ਼ਹੀਦੀਆਂ ਨੂੰ ਵੇਖ ਕਰਕੇ। ਅਖੀਰ ਕਾਜੀ ਅਬਦੁਲ ਬਾਹਰ ਉਹਨੇ ਸਤਿਗੁਰੂ ਮਹਾਰਾਜ ਦੇ ਸਨਮੁਖ ਜੋ ਸਿੱਖਾਂ ਦੇ ਸਨਮੁਖ ਰੱਖੀਆਂ ਗਈਆਂ ਸੀ ਸ਼ਰਤਾਂ, ਇਸਲਾਮ ਧਾਰਨ ਕਬੂਲ ਕਰੋ, ਕਰਾਮਾਤ ਦਿਖਾਓ ਤੇ ਜਾਂ ਫਿਰ ਮੌਤ ਨੂੰ ਕਬੂਲ ਕਰੋ। ਸਿੱਖਾਂ ਨੇ ਵੀ ਮੌਤ ਨੂੰ ਕਬੂਲ ਕੀਤਾ ਸੀ, ਗੁਰੂ ਤੇਗ ਬਹਾਦਰ ਮਹਾਰਾਜ ਨੇ ਵੀ ਮੌਤ ਨੂੰ ਕਬੂਲ ਕੀਤਾ। ਕਾਜੀ ਅਬਦੁਲ ਬਾਹਰ ਨੇ ਇਹ ਫਤਵਾ ਲਾਗੂ ਕੀਤਾ ਵੀ ਸਤਿਗੁਰੂ ਮਹਾਰਾਜ ਦਾ ਸੀਸ ਜਿਹੜਾ ਹੈ ਉਹ ਕਿਰਪਾਨ ਦੇ ਨਾਲ ਧੜ ਤੋਂ ਅਲੱਗ ਕੀਤਾ ਜਾਵੇ। ਉਸ ਵਕਤ ਦਾ ਜਿਹੜਾ ਜਲਾਦ ਹੈ, ਜਲਾਲੁਦੀਨ ਸਮਾਣੇ ਦਾ ਰਹਿਣ ਵਾਲਾ, ਇਹਨੇ ਇਸ ਕੰਮ ਨੂੰ ਇਲਜ਼ਾਮ ਦਿੱਤਾ ਹੈ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਦਾ ਸੀਸ ਜਿਹੜਾ ਹੈ ਉਹ ਧੜ ਤੋਂ ਅਲੱਗ ਕੀਤਾ ਹੈ। ਇਹ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਦੀ ਤੀਸਰੀ ਗ੍ਰਿਫਤਾਰੀ ਤੋਂ ਬਾਅਦ ਸਤਿਗੁਰੂ ਮਹਾਰਾਜ ਦੀ ਇਹ ਸ਼ਹਾਦਤ ਹੈ, ਜਿਹਨੂੰ ਅਕਸਰ ਸਿੱਖ ਸੰਗਤਾਂ ਆਮ ਤੌਰ 'ਤੇ ਜਾਣਦੀਆਂ ਨੇ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਨੇ ਸਮੁੱਚੀ ਆਪਣੀ ਜ਼ਿੰਦਗੀ ਦੇ ਦੌਰਾਨ ਮਨੁੱਖਤਾ ਨੂੰ ਸੱਚ ਦੇ ਨਾਲ ਜੋੜਿਆ। ਉਹਨਾਂ ਦੇ ਅੰਦਰ ਸਵੈ ਮਾਨਤਾ, ਅਣਖ, ਦਲੇਰੀ ਭੜੀ। ਉਹਨਾਂ ਨੂੰ ਸਮਝਾਇਆ ਵੀ ਤੁਸੀਂ ਔਰੰਗਜ਼ੇਬ ਦੇ ਜ਼ੁਲਮ ਤੋਂ ਜਿਹੜਾ ਹੈ ਉਹ ਨਾ ਡਰੋ, ਸਗੋਂ ਆਪਣੇ ਆਪ ਅੰਦਰ ਬਲ ਪੈਦਾ ਕਰਕੇ ਉਹਦੇ ਨਾਲ ਟਕਰਾਉਣ, ਉਹਦੇ ਨਾਲ ਟਕਰਾ ਕਰਨ ਵਾਸਤੇ ਆਪਣੇ ਅੰਦਰ ਸਵੈ ਮਾਨਤਾ, ਅਣਖ ਭਰੋ, ਜਿਹਦੇ ਕਾਰਨ ਸਤਿਗੁਰੂ ਮਹਾਰਾਜ ਦੀਆਂ ਇਹ ਵੱਖ-ਵੱਖ 3 ਗ੍ਰਿਫਤਾਰੀਆਂ ਜਿਹੜੀਆਂ ਨੇ ਉਹ ਹੁੰਦੀਆਂ ਨੇ, ਜਿਹੜੀਆਂ ਸਿੱਖ ਸੰਗਤਾਂ ਬਹੁਤ ਹੱਦ ਦੇ ਵਿੱਚ ਨਹੀਂ ਜਾਣਦੀਆਂ। ਕੋਸ਼ਿਸ਼ ਕੀਤੀ ਹੈ। ਆਪ ਜੀ ਇਸ ਵੀਡੀਓ ਨੂੰ ਸਰਵਣ ਕਰੋ, ਸੰਗਤਾਂ ਤੱਕ ਵੱਧ ਤੋਂ ਵੱਧ ਪਹੁੰਚਾਓ। ਗੁਰੂ ਤੇਗ ਬਹਾਦਰ ਮਹਾਰਾਜ ਦੇ ਪ੍ਰਚਾਰਕ ਦੌਰਿਆਂ ਦੇ ਦੌਰਾਨ ਹੋਰ ਬਹੁਤ ਸਾਰੀਆਂ ਘਟਨਾਵਾਂ ਵਾਪਰਦੀਆਂ ਨੇ, ਜਿਸ ਨੂੰ ਆਪਾਂ ਅਗਲੀ ਵੀਡੀਓ ਦੇ ਵਿੱਚ ਸਾਂਝ ਕਰਨ ਦਾ ਯਤਨ ਕਰਾਂਗੇ। ਇਤਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ